ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ, ਭਾਰਤ ਅਤੇ ਵੱਖ-ਵੱਖ ਦੇਸ਼ਾਂ ਦੀ ਸਿਆਸਤ ਦੇ ਨਾਲ ਜੁੜੀਆਂ ਜਾਂ ਹੋਰ ਖਬਰਾਂ ਜਿਨ੍ਹਾਂ ਤੇ ਗੱਲਬਾਤ ਕਰਾਂਗੇ। ਇਸ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਪੰਜਾਬ ਕਾਂਗਰਸ ਦਾ ਕਲੇਸ਼ ਜਿਹੜਾ ਹਾਲੇ ਵੀ ਘਟਦਾ ਹੋਇਆ ਜਿਹੜਾ ਉਹ ਦਿਖਾਈ ਨਹੀਂ ਦੇ ਰਿਹਾ, ਕਲੇਸ਼ ਵੱਧਦਾ ਹੀ ਜਾ ਰਿਹਾ। ਹੁਣ ਕੀ ਗੱਲ ਹੋਈ ਹੈ ਇਸ ਤੇ ਗੱਲਬਾਤ। ਤਾਂ ਉਧਰ ਅਰਵਿੰਦ ਕੇਜਰੀਵਾਲ ਪੰਜਾਬ ਦੀ ਸਿਆਸਤ ਨੂੰ ਲੈ ਕੇ ਬੁਰੇ ਫਸਦੇ ਦਿਖਾਈ ਦੇ ਰਹੇ ਨੇ, ਤਾਂ ਉਧਰ ਭਗਵੰਤ ਮਾਨ ਦੇ ਵੱਲੋਂ ਵੀ ਵੱਡਾ ਬਿਆਨ ਆਇਆ। ਕੀ ਕੁਝ ਕਹਿੰਦੇ ਨੇ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਕਿਵੇਂ ਫਸ ਰਹੇ ਨੇ, ਇਸ ਤੇ ਗੱਲਬਾਤ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਰੂਸ ਨੇ ਦੁਨੀਆ ਨੂੰ ਮਹਾਯੁੱਧ ਦੀ ਚੇਤਾਵਨੀ ਦਿੱਤੀ ਹੈ ਤੇ ਮਹਾ ਤਬਾਹੀ ਦੀ ਵੀ ਚੇਤਾਵਨੀ ਦਿੱਤੀ ਹੈ, ਤੇ ਭਾਰਤ ਸਰਕਾਰ ਦੇ ਵੱਲੋਂ ਐਮਰਜੈਂਸੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ। ਕੀ ਮਾਮਲੇ ਹੈ, ਇਸ ਤੇ ਗੱਲਬਾਤ। ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਸੁਪਰੀਮ ਕੋਰਟ ਜਿਹੜਾ ਹੁਣ ਸਖਤ ਰੁਖ ਜਿਹੜਾ ਅਪਣਾਉਣ ਜਾ ਰਿਹਾ ਹੈ। ਅੱਜ ਜਿਹੜੀ ਸੁਣਵਾਈ ਹੋਣੀ ਆ ਮੁਫਤ ਵਾਅਦਾਖੋਰੀ ਦੇ ਇਲਜ਼ਾਮਾਂ ਦੇ ਵਿੱਚ, ਉਹਦੇ ਤੇ ਪਟੀਸ਼ਨ ਪਾਈ ਗਈ ਸੀ ਕਿ ਇਹਨਾਂ ਨੂੰ ਰੋਕਿਆ ਜਾਵੇ। ਤਾਂ ਅੱਜ ਹੋ ਸਕਦਾ ਹੈ ਕਿ ਕੁਝ ਲੋਕਾਂ ਦੀ ਜਿਹੜੀ ਨਾਮਜ਼ਦਗੀ ਜਾਂ ਯੋਗਤਾ ਜਿਹੜੀ ਹੈ ਉਹ ਰੱਦ ਕਰ ਦਿੱਤੀ ਜਾਵੇ। ਕਿਹਨਾਂ ਕਿਹਨਾਂ ਦੀ ਹੋ ਸਕਦੀ ਹੈ ਰੱਦ, ਉਸ ਤੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਦੇ ਲਈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਅਣਖੀ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਅਣਖੀ ਸਾਹਿਬ, ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਹੈ ਆਪਾਂ ਕਾਂਗਰਸ ਦੀ ਖਬਰ ਤੋਂ ਹੀ ਕਰੀਏ। ਜਿਸ ਤਰੀਕੇ ਦੇ ਨਾਲ ਕਾਂਗਰਸ ਦੇ ਵਿੱਚ ਲੰਬੇ ਸਮੇਂ ਤੋਂ ਕੇਸ ਚੱਲਦਾ ਆ ਰਿਹਾ ਹੈ, ਪਹਿਲਾਂ ਨਵਜੋਤ ਸਿੱਧੂ ਵਰਸਸ ਆਲ ਕਾਂਗਰਸ ਸੀ, ਫਿਰ ਨਵਜੋਤ ਸਿੰਘ ਸਿੱਧੂ ਵਰਸਸ ਕੈਪਟਨ ਅਮਰਿੰਦਰ ਸਿੰਘ ਰਹਿ ਗਈ, ਤਾਂ ਫਿਰ ਆਲ ਕਾਂਗਰਸ ਵਰਸਸ ਜੇ ਆਪਾਂ ਕਹੀਏ ਕੈਪਟਨ ਅਮਰਿੰਦਰ ਸਿੰਘ ਹੋ ਗਈ। ਤਾਂ ਉਸ ਤੋਂ ਬਾਅਦ ਹੁਣ ਫਿਰ ਦੁਬਾਰਾ ਆਲ ਕਾਂਗਰਸ ਨਵਜੋਤ ਸਿੰਘ ਸਿੱਧੂ ਦੇ ਵਰਸਸ ਹੋ ਗਏ, ਤੇ ਨਾਲ ਹੀ ਨਾਲ ਹੁਣ ਮਨੀਸ਼ ਤਿਵਾੜੀ ਨੇ ਤਾਂ ਚੰਨੀ ਨੂੰ, ਸਿੱਧੂ ਨੂੰ ਤੇ ਜਾਖੜ ਨੂੰ ਨਿਸ਼ਾਨੇ ਤੇ ਲਿਆ। ਕੀ ਕਾਰਨ ਹੈ ਕਿ ਇਹਨਾਂ ਤਿੰਨਾਂ ਨੂੰ ਉਹਨਾਂ ਨੇ ਨਿਸ਼ਾਨੇ ਤੇ ਲਿਆ, ਤੇ ਇਹ ਕਲੇਸ਼ ਕਿੱਧਰ ਨੂੰ ਲੈ ਕੇ ਜਾਊਗਾ ਕਾਂਗਰਸ? ਦੇਖੋ, ਬੀਤੇ ਲੰਮੇ ਸਮੇਂ ਤੋਂ ਜਿਹੜੇ ਮਨੀਸ਼ ਤਿਵਾੜੀ ਨੇ, ਜਿਹੜੇ ਲੋਕ ਸਭਾ ਮੈਂਬਰ, ਹਮੇਸ਼ਾ ਕਾਂਗਰਸ ਹਾਈਕਮਾਨ ਜਾਂ ਪੰਜਾਬ ਕਾਂਗਰਸ ਨੂੰ ਹਮੇਸ਼ਾ ਨਿਸ਼ਾਨੇ ਤੇ ਦਿੰਦੇ ਰਹੇ ਆ, ਚਾਹੇ ਕੋਈ ਵੀ ਮੁੱਦਾ ਹੋਵੇ। ਤਾਂ ਅਸਲ ਦੇ ਵਿੱਚ ਅਗਰ ਮਨੀਸ਼ ਤਿਵਾੜੀ ਦੀ ਸਥਿਤੀ ਨੂੰ ਦੇਖੀਏ ਤਾਂ ਉਹ ਸਥਿਤੀ ਇਹ ਆ ਕਿ ਕਿਸੇ ਸਮੇਂ ਉਹ ਕੇਂਦਰ ਦੀ ਕਾਂਗਰਸ ਹਾਈਕਮਾਨ ਦੇ ਬਹੁਤ ਨਜ਼ਦੀਕ ਸਮਝੇ ਜਾਂਦੇ ਸੀ, ਪਰ ਬੀਤੇ ਲੰਮੇ ਸਮੇਂ ਤੋਂ ਉਹ ਅਲੱਗ ਥਲੱਗ ਪਏ ਆ, ਜਿਸ ਕਾਰਨ ਕੋਈ ਵੀ ਬਹਾਨਾ ਉਹ ਛੱਡਦੇ ਨਹੀਂ। ਤੇ ਜਦੋਂ ਵੀ ਉਹਨਾਂ ਨੂੰ ਮੌਕਾ ਮਿਲਦਾ ਉਹ ਕਾਂਗਰਸ ਨੂੰ, ਚਾਹੇ ਪੰਜਾਬ ਕਾਂਗਰਸ ਹੋਵੇ ਤੇ ਚਾਹੇ ਕੇਂਦਰ ਦੀ ਹਾਈਕਮਾਨ ਹੋਵੇ, ਉਹਨਾਂ ਨੂੰ ਹਮੇਸ਼ਾ ਉਹ ਨਿਸ਼ਾਨੇ ਤੇ ਦਿੰਦੇ। ਤੇ ਹੁਣ ਜਿਹੜਾ ਉਹਨਾਂ ਦਾ ਤਾਜ਼ਾ ਬਿਆਨ ਆਇਆ, ਤਾਜ਼ਾ ਬਿਆਨ ਤਾਂ ਉਹਨਾਂ ਨੇ ਯੂਕਰੇਨ ਵਿੱਚ ਫਸੇ ਜਿਹੜੇ ਆ ਬਾਤ ਕਰਦਾ ਕਿ ਯੂਕਰੇਨ ਵਿੱਚ ਪੰਜਾਬੀ ਪਾੜੇ ਜਿਹੜੇ ਨੇ ਉਹਨਾਂ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਉਹ ਬਿਆਨ ਦਿੱਤਾ। ਬਿਆਨ ਤਾਂ ਉਹਨਾਂ ਨੇ ਉਸ ਪ੍ਰਸੰਗ 'ਚ ਦਿੱਤਾ, ਪਰ ਨਿਸ਼ਾਨਾ ਜਿਹੜਾ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ ਤੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਲਿਆ ਹੈ। ਉਹਨਾਂ ਦਾ ਇਹ ਬਿਆਨ ਕਿ ਇਹ ਇਸ ਵੇਲੇ ਔਖੀ ਘੜੀ ਦੇ ਵਿੱਚ ਇਹ ਨੇਤਾ ਹੁਣ ਕਿੱਥੇ ਨੇ, ਜਿਨ੍ਹਾਂ ਨੂੰ ਉੱਥੇ ਜਾ ਕੇ ਇਹਨਾਂ ਵਿਦਿਆਰਥੀਆਂ ਦੀ ਜਾਂ ਪਾੜਿਆਂ ਦੀ ਜਿਹੜੀ ਆ ਉਹ ਗੱਲ ਕਰਨੀ ਚਾਹੀਦੀ ਹੈ, ਜਾਂ ਇਹਨਾਂ ਦੇ ਸੰਬੰਧੀ ਕੋਈ ਸੋਚਣਾ ਚਾਹੀਦਾ ਹੈਗਾ। ਇਹ ਜਿਹੜਾ ਬਿਆਨ ਆ ਸਿਰਫ ਜੇਕਰ ਅਸੀਂ ਬਤੌਰ ਪੋਲੀਟੀਕਲ ਲੀਡਰ ਜਾਂ ਰਾਜਨੀਤਿਕ ਲੀਡਰ ਵੇਖੀਏ ਤਾਂ ਠੀਕ ਆ, ਵਿਰੋਧੀ ਪਾਰਟੀਆਂ ਦੇ ਨੇਤਾ ਤੋਂ ਵਿੱਚੋਂ ਤਾਂ ਇਹ ਬਿਆਨ ਜਿਹੜਾ ਉਹ ਆ ਸਕਦਾ ਕਿ ਕਿਸੇ ਮੁੱਖ ਮੰਤਰੀ ਨੂੰ ਜਾਂ ਕਿਸੇ ਪਾਰਟੀ ਪ੍ਰਧਾਨ ਨੂੰ ਪੰਜਾਬ ਦੇ ਸੰਬੰਧਿਤ ਜਾਂ ਉਸ ਰਾਜ ਨਾਲ ਸੰਬੰਧਿਤ ਵਿਦਿਆਰਥੀ ਦੀ ਯਾਦ ਕਰਵਾਉਣਾ। ਤੇ ਪਰ ਜੇਕਰ ਆਪਣੀ ਹੀ ਪਾਰਟੀ ਦਾ ਵਿਅਕਤੀ ਲੋਕ ਸਭਾ ਮੈਂਬਰ ਔਰ ਕਈ ਵਾਰੀ ਉਹ ਸਪੋਕਸਮੈਨ ਵੀ ਕੇਂਦਰ ਦੀ ਕਾਂਗਰਸ ਹਾਈਕਮਾਨ ਦੇ ਰਹਿ ਚੁੱਕੇ ਆ, ਤੇ ਜੇਕਰ ਉਹ ਹੀ ਇਸ ਮੁੱਦੇ ਤੇ ਸਰਕਾਰ ਨੂੰ ਘੇਰਦੇ ਆ ਤਾਂ ਸੁਖਵਿੰਦਰ ਜੀ ਇਹਦੇ ਪਿੱਛੇ ਸਾਫ਼ ਜਿਹੜਾ ਉਹਨਾਂ ਦਾ ਅੰਦਰਲਾ ਦਰਦ ਆ ਉਹ ਸਾਹਮਣੇ ਆਉਂਦਾ। ਅੰਦਰਲਾ ਦਰਦ ਪਿਛਲੇ ਦਿਨਾਂ 'ਚ ਵੀ ਉਹਨਾਂ ਦਾ ਇੱਕ ਬਿਆਨ ਆਇਆ ਸੀ ਕਿ ਜਦੋਂ ਉਹਨਾਂ ਨੇ ਇੰਨੀ ਗੱਲ ਕਹੀ ਕਿ ਮੈਂ ਕਾਂਗਰਸ ਪਾਰਟੀ ਦੇ ਵਿੱਚੋਂ ਬਾਹਰ ਨਹੀਂ ਜਾ ਰਿਹਾ, ਪਰ ਜੇ ਮੈਨੂੰ ਧੱਕੇ ਦੇ ਕੇ ਬਾਹਰ ਕੱਢਣ ਦਾ ਯਤਨ ਕੀਤਾ ਤਾਂ ਫਿਰ ਵੇਖ ਲਿਆ ਜਾਵੇਗਾ। ਇਹ ਵੀ ਮਨੀਸ਼ ਤਿਵਾੜੀ ਦੀ ਇੱਕ ਸਟੇਟਮੈਂਟ ਪਿਛਲੇ ਦਿਨਾਂ 'ਚ ਆਈ ਸੀ। ਕਹਿਣ ਦਾ ਅਰਥ ਇਹ ਹੈ ਕਿ ਉਹ ਇਸ ਵੇਲੇ ਅਲੱਗ ਥਲੱਗ ਪੂਰਨ ਤੌਰ ਤੇ ਪਏ ਨੇ, ਨਾ ਤਾਂ ਕੇਂਦਰ ਦੀ ਕਾਂਗਰਸ ਹਾਈਕਮਾਨ ਦੇ ਵਿੱਚ ਉਹਨਾਂ ਦੀ ਕੋਈ ਵੁਕਤ ਜਿਹੜੀ ਆਧਾਰ ਹੈਗਾ, ਤੇ ਨਾ ਹੀ ਪੰਜਾਬ ਕਾਂਗਰਸ ਦੇ ਵਿੱਚ ਹੈਗਾ, ਜਿਸ ਕਾਰਨ ਉਹ ਆਨੀ ਬਹਾਨੀ ਇਹਨਾਂ ਗੱਲਾਂ ਦੇ ਆਧਾਰ ਤੇ ਪੰਜਾਬ ਕਾਂਗਰਸ ਨੂੰ ਉਹਨਾਂ ਨੇ ਪੰਜਾਬ ਦੀ ਜਿਹੜੀ ਮੌਜੂਦਾ ਸਰਕਾਰ ਹੈ ਚਰਨਜੀਤ ਸਿੰਘ ਚੰਨੀ ਵਾਲੀ ਔਰ ਦੋਵੇਂ ਪ੍ਰਧਾਨ ਸਾਬਕਾ ਔਰ ਮੌਜੂਦਾ ਪ੍ਰਧਾਨ ਨੂੰ ਉਹਨਾਂ ਨੇ ਆਪਣੇ ਰਡਾਰ ਤੇ ਲਿਆ। ਤੇ ਕਈ ਵਾਰੀ ਉਹ ਗੱਲਾਂ ਦੇ ਵਿੱਚ ਇਹ ਵੀ ਸਾਬਤ ਕਰ ਚੁੱਕੇ ਆ ਕਿ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਨੂੰ ਨੁਕਸਾਨ ਜਿਹੜਾ ਪਹੁੰਚਾਇਆ ਜਾਂ ਸੁਨੀਲ ਜਾਖੜ ਦੇ ਸਮੇਂ ਉਹਨਾਂ ਦੀ ਜਿਹੜੀ ਆਧਾਰ ਆ ਉਹ ਨਹੀਂ ਬਣ ਸਕਿਆ। ਸੋ ਮਨੀਸ਼ ਤਿਵਾੜੀ ਦੇ ਇਸ ਬਿਆਨ ਦੇ ਨਾਲ ਕੁਦਰਤੀ ਤੌਰ ਤੇ ਜਿਹੜੀ ਇੱਕ ਹਲਚਲ ਆ ਪੰਜਾਬ ਕਾਂਗਰਸ ਦੇ ਵਿੱਚ ਹੁੰਦੀ ਨਜ਼ਰ ਆਉਂਦੀ ਆ, ਤੇ ਇਸ ਗੱਲ ਨੂੰ ਸਾਬਤ ਕਰਦੀ ਹੈ ਕਿ ਜਿਹੜੀ ਗੁੱਟਬਾਜੀ ਹੈ, ਜਿਹੜੀ ਚੋਣਾਂ ਤੋਂ ਪਹਿਲਾਂ ਗੁੱਟਬਾਜੀ ਚੱਲਦੀ ਪਈ ਸੀ, ਉਹ ਗੁੱਟਬਾਜੀ ਅਜੇ ਵੀ ਪੂਰਨ ਤੌਰ ਤੇ ਬਰਕਰਾਰ ਆ। ਉਸ ਨੂੰ ਕੋਈ ਖਤਮ ਹੋਣ ਦਾ ਜਿਹੜਾ ਹੈ ਸੀਮਾ ਜਿਹੜੀ ਉਹ ਨਜ਼ਰ ਨਹੀਂ ਆ ਰਹੀ।
ਤੇ ਜੇਕਰ 10 ਮਾਰਚ ਨੂੰ ਪੰਜਾਬ ਦੇ ਵਿੱਚ ਜੇਕਰ ਕਾਂਗਰਸ ਪਾਰਟੀ ਚੋਣਾਂ ਹਾਰਦੀ ਆ, ਸਰਕਾਰ ਨਹੀਂ ਬਣਾ ਸਕਦੀ, ਤਾਂ ਤੁਸੀਂ ਦੇਖਿਓ ਇਹ ਮਨੀਸ਼ ਤਿਵਾੜੀ ਸਭ ਤੋਂ ਪਹਿਲਾਂ ਸਟੇਟਮੈਂਟ ਇਹਨਾਂ ਨੇਤਾਵਾਂ ਨੂੰ ਬਦਲਣ ਦੀ ਗੱਲ ਕਰੇਗਾ ਔਰ ਪੰਜਾਬ ਵਿੱਚ ਕਾਂਗਰਸ ਦੀ ਜਿਹੜੀ ਨਿਗਰਦੀ ਜਾ ਰਹੀ ਹਾਲਤ ਆ ਉਹਦਾ ਜ਼ਿੰਮੇਵਾਰ ਵੀ ਉਹ ਨਵਜੋਤ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਨੂੰ ਠਹਿਰਾਏਗਾ। ਪਰ ਇਹਦੇ ਨਾਲ ਹੀ ਨਾਲ ਮੈਂ ਇੱਕ ਸੁਖਵਿੰਦਰ ਜੀ ਗੱਲ ਹੋਰ ਕਰ ਦਵਾਂ ਕਿ ਮਨੀਸ਼ ਤਿਵਾੜੀ ਦਾ ਨਾਂ ਪੰਜਾਬ ਕਾਂਗਰਸ ਦੇ ਵਿੱਚ ਤੇ ਨਾ ਹੀ ਕਾਂਗਰਸ ਉੱਪਰਲੇ ਜਿਹੜੀ ਹਾਈ ਕਮਾਨ ਆ ਕੋਈ ਉੱਥੇ ਕੋਈ ਉਹਨਾਂ ਦਾ ਕੋਈ ਤਗੜਾ ਗੋਟੇ ਆ ਜਾਂ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਦੇ ਮਗਰ ਕੋਈ ਹੋਵੇ। ਪੂਰਨ ਤੌਰ ਤੇ ਇਸ ਲਈ ਅਗਰ ਮਨੀਸ਼ ਤਿਵਾੜੀ ਦੀ ਜੇਕਰ ਸਥਿਤੀ ਵੇਖੀਏ ਤਾਂ ਉਹ ਅਲੱਗ ਥਲੱਗ ਤੇ ਇਕੱਲੇ ਨਜ਼ਰ ਆਉਂਦੇ ਨੇ ਤੇ ਇਕੱਲੇ ਹੋਣ ਦਾ ਦਰਦ ਹੀ ਜਿਹੜਾ ਉਹਨਾਂ ਦਾ ਇਹਨਾਂ ਸ਼ਬਦਾਂ ਦੇ ਵਿੱਚ ਸਮੇਂ ਤੇ ਬਾਹਰ ਆ ਜਾਂਦਾ। ਬਾਕੀ ਜਿਹੜੀ ਸਥਿਤੀ ਆ ਜਿਹੜੇ ਇਹਨਾਂ ਨੂੰ ਯੂਕਰੇਨ 'ਚ ਪੰਜਾਬੀ ਜਿਹੜੇ ਪੜ੍ਹ ਰਹੇ ਆ ਉਹਨਾਂ ਦੇ ਸਬੰਧ ਵਿੱਚ ਬੋਲਣਾ ਹਰ ਵਿਅਕਤੀ ਦਾ ਹੱਕ ਹੈ। ਉਹ ਸਰਕਾਰ ਨੂੰ ਉਹਦੇ ਪ੍ਰਤੀ ਸੁਚੇਤ ਕਰਨਾ ਹਰ ਵਿਅਕਤੀ ਦੀ ਜ਼ਿੰਮੇਵਾਰੀ ਹੈ। ਉਹ ਸਰਕਾਰ ਉਸ ਪੱਧਰ ਤੇ ਸੁਚੇਤ ਵੀ ਹੈ ਤੇ ਜਦੋਂ ਹੁਣ ਭਾਰਤ ਸਰਕਾਰ ਉਹਦੇ ਸੰਬੰਧ ਗੰਭੀਰਤਾ ਨਾਲ ਆਪਰੇਸ਼ਨ ਗੰਗਾ ਜਾਂ ਭਾਰਤੀ ਹਵਾਈ ਸੈਨਾ ਵੱਲੋਂ ਵੀ ਆਪਰੇਸ਼ਨ ਜਿਹੜੇ ਸ਼ੁਰੂ ਕੀਤੇ ਗਏ ਨੇ ਤਾਂ ਕੇਵਲ ਸਿਰਫ ਇੱਕ ਸਿਆਸੀ ਬਿਆਨ ਦਾ ਕੇ ਆਪਣੇ ਹੀ ਮੰਤਰੀ ਆਪਣੀ ਹੀ ਸਰਕਾਰ ਮਾਫ ਕਰਦਾ ਆਪਣੀ ਹੀ ਪਾਰਟੀ ਦੇ ਨੇਤਾਵਾਂ ਨੂੰ ਕਟਹਿਰੇ 'ਚ ਖੜਾ ਕਰਦਾ ਕੇਵਲ ਸਿਆਸਤ ਪੂਰੀ ਸਿਆਸਤ ਆ ਇਹਦੇ ਵਿੱਚ ਕੋਈ ਗੰਭੀਰਤਾ ਵਾਲਾ ਜਿਹੜੀ ਗੱਲ ਆ ਉਹ ਨਜ਼ਰ ਨਹੀਂ ਆਉਂਦੀ। ਜੀ ਸਰ ਬਿਲਕੁਲ। ਤੇ ਨਾਲ ਅਗਲੀ ਖਬਰ ਦੀ ਜੇਕਰ ਅਣਖੀ ਸਾਹਿਬ ਆਪਾਂ ਗੱਲਬਾਤ ਕਰੀਏ ਤਾਂ ਉਧਰ ਰੂਸ ਤੇ ਯੂਕਰੇਨ ਦਾ ਜਿਹੜਾ ਯੁੱਧ ਹੈ ਜਿਹਦੇ ਮਾਮਲੇ ਦੇ ਵਿੱਚ ਮਨੀਸ਼ ਤਿਵਾੜੀ ਨੇ ਇਹਨਾਂ ਤਿੰਨਾਂ ਨੇਤਾਵਾਂ ਨੂੰ ਨਿਸ਼ਾਨੇ ਤੇ ਲਿਆ। ਉਧਰ ਰੂਸ ਦੇ ਜਿਹੜੇ ਮੰਤਰੀ ਨੇ ਵਿਦੇਸ਼ ਮੰਤਰੀ ਲਾਵਰੋਵ ਨੇ ਦੁਨੀਆ ਨੂੰ ਚੇਤਾਵਨੀ ਦੇ ਦਿੱਤੀ ਹੈ ਮਹਾਯੁੱਧ ਦੀ, ਤੀਜੇ ਮਹਾਯੁੱਧ ਦੀ ਚੇਤਾਵਨੀ ਦਿੱਤੀ ਹੈ ਤੇ ਮਹਾ ਤਬਾਹੀ ਦੀ ਵੀ ਜਿਹੜੀ ਚੇਤਾਵਨੀ ਉਹਨਾਂ ਦੇ ਵੱਲੋਂ ਦੇ ਦਿੱਤੀ ਗਈ ਹੈ ਅਣਖੀ ਸਾਹਿਬ। ਤੇ ਉਧਰ ਭਾਰਤ ਸਰਕਾਰ ਦੇ ਵੱਲੋਂ ਵੀ ਆਪਣੇ ਜਿਹੜੇ ਉੱਥੇ ਰਹਿ ਰਹੇ ਭਾਰਤੀ ਵਿਦਿਆਰਥੀ ਨੇ ਉਹਨਾਂ ਨੂੰ ਐਮਰਜੈਂਸੀ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਕੀਵ ਤੋਂ ਬਾਹਰ ਨਿਕਲਣ ਭਲਾ ਪੈਦਲ ਹੀ ਨਿਕਲਣਾ ਕਿਉਂ ਨਾ ਪਵੇ। ਤਾਂ ਫਿਰ ਅਜਿਹੇ ਦੇ ਵਿੱਚ ਜਿੱਥੇ ਉੱਥੇ ਹਮਲੇ ਤੇਜ਼ ਹੋ ਰਹੇ ਨੇ ਤਾਂ ਫਿਰ ਵਿਦਿਆਰਥੀ ਉੱਥੋਂ ਨਿਕਲ ਕਿਵੇਂ ਸਕਦੇ? ਦੇਖੋ ਸੁਖਵਿੰਦਰ ਜੀ, ਜਿਹੜੇ 24 ਤਰੀਕ ਦਾ ਜਿਹੜਾ ਯੁੱਧ ਸ਼ੁਰੂ ਹੋਇਆ ਰੂਸ ਔਰ ਯੂਕਰੇਨ ਦੇ ਵਿਚਕਾਰ ਦਿਨ ਉਹਦੀਆਂ ਸਥਿਤੀਆਂ ਜਿਹੜੀਆਂ ਨੇ ਬੇਹੱਦ ਗੰਭੀਰ ਹੁੰਦੀਆਂ ਜਾ ਰਹੀਆਂ ਨੇ ਔਰ ਹਰ ਵਕਤ ਜਿਹੜਾ ਰੂਸ ਆ ਇੱਕ ਹਮਲਾਵਰ ਰੁਖ ਅਪਣਾ ਕੇ ਯੂਕਰੇਨ ਦੇ ਜਿਹੜੇ ਵੱਖ-ਵੱਖ ਸ਼ਹਿਰ ਨੇ ਉੱਥੇ ਭਾਰੀ ਮਾਤਰਾ 'ਚ ਬੰਬਾਰਮੈਂਟ ਕਰ ਰਿਹਾ ਹਮਲੇ ਕਰ ਰਿਹਾ ਔਰ ਜੋ ਤਾਜ਼ਾ ਸੂਚਨਾਵਾਂ ਸਾਡੇ ਤੱਕ ਪਹੁੰਚੇ ਨੇ ਖਾਰਕੀਵ ਜਿਹੜਾ ਸ਼ਹਿਰ ਆ ਪੂਰਨ ਤੌਰ ਤੇ ਬਰਬਾਦ ਜਿਹੜਾ ਕਰ ਦਿੱਤਾ ਗਿਆ। ਉੱਥੋਂ ਹਾਲਾਤ ਜਿਹੜੇ ਬੜੇ ਤਰਸਯੋਗ ਨੇ ਤੇ ਨਾਲ ਹੀ ਤੁਸੀਂ ਇਹ ਵੀ ਗੱਲ ਬਿਆਨ ਕੀਤੀ ਕਿ ਉੱਥੋਂ ਦੇ ਜਿਹੜੇ ਵਿਦੇਸ਼ ਮੰਤਰੀ ਨੇ ਉਹਨਾਂ ਨੇ ਕਿਹਾ ਕਿ ਦੁਨੀਆ ਜਿਹੜੀ ਹੈ ਤੀਜੇ ਜਿਹੜਾ ਯੁੱਧ ਆ ਉਹਦੇ ਵੱਲ ਜਾ ਰਹੀ ਆ ਤੇ ਇਸ ਗੱਲ ਵਿੱਚ ਉਹਨਾਂ ਨੇ ਨਾਲ ਅਗਲੀ ਗੱਲ ਇਹ ਵੀ ਕੋਟ ਕੀਤੀ ਆ ਕਿ ਜੇਕਰ ਤੀਸਰਾ ਵਿਸ਼ਵ ਯੁੱਧ ਮਹਾਯੁੱਧ ਲੜਦਾ ਤਾਂ ਫਿਰ ਇਸ ਗੱਲ ਦੀ ਕੋਈ ਗਰੰਟੀ ਨਹੀਂ ਕਿ ਇਹਨਾਂ ਵਿੱਚ ਪਰਮਾਣੂ ਹਥਿਆਰਾਂ ਦੀ ਜਿਹੜੀ ਵਰਤੋਂ ਨਹੀਂ ਹੋਵੇਗੀ। ਇਹ ਉਹਨਾਂ ਨੇ ਬਿਆਨ ਜਿਹੜਾ ਦਿੱਤਾ ਹੈ। ਹੁਣ ਪਹਿਲਾਂ ਤਾਂ ਇਸ ਮੁੱਦੇ ਤੇ ਗੱਲ ਕਰਦੀ ਹੈ ਕਿ ਜੇਕਰ ਤੀਸਰਾ ਵਿਸ਼ਵ ਮਹਾਯੁੱਧ ਚੱਲਦਾ ਤਾਂ ਕੁਦਰਤੀ ਤੌਰ ਤੇ ਸਾਰੇ ਦੇਸ਼ ਜਿਹੜੇ ਵਿਸ਼ਵ ਦੇ ਨੇ ਇਹਦੀ ਕਿਸੇ ਨਾ ਕਿਸੇ ਤਰੀਕੇ ਨਾਲ ਪੇਟ ਵਿੱਚ ਆਉਣਗੇ ਤੇ ਆ ਵੀ ਗਏ ਨੇ। ਪਰ ਭਾਰਤ ਅਜੇ ਤੱਕ ਇਸ ਦੋਵਾਂ ਮੁੱਦਿਆਂ ਤੇ ਬਿਲਕੁਲ ਨਾ ਉਸ ਪਾਸੇ ਨਾ ਉਸ ਪਾਸੇ ਔਰ ਉਸ ਦੀ ਸਭ ਤੋਂ ਜ਼ਿਆਦਾ ਜਿਹੜੀ ਚਿੰਤਾ ਉਹ ਇਹ ਹੈ ਕਿ ਆਪਣੇ ਜਿਹੜੇ ਨਾਗਰਿਕ ਨੇ ਉਹਨਾਂ ਨੂੰ ਉੱਥੋਂ ਸੁਰੱਖਿਅਤ ਲਿਆਂਦਾ ਜਾ ਸਕੇ ਔਰ ਇਸ ਵਾਸਤੇ ਭਾਰਤ ਸਰਕਾਰ ਨੇ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੱਖਰੇ ਸਮੇਂ ਤੇ ਜਿਹੜੇ ਪ੍ਰੋਗਰਾਮ ਸ਼ੁਰੂ ਕੀਤੇ ਗਏ ਜਿੱਦਾਂ ਆਪਰੇਸ਼ਨ ਗੰਗਾ ਵੀ ਇਹ ਚੱਲ ਰਿਹਾ, ਭਾਰਤੀ ਹਵਾਈ ਸੈਨਾ ਜਿਹੜਾ ਉਸਨੂੰ ਅਲਰਟ ਕਰ ਦਿੱਤਾ ਗਿਆ, ਉਸਦੇ ਹੈਲੀਕਾਪਟਰ ਵੀ ਜਾ ਰਹੇ ਆ ਔਰ 4 ਜਿਹੜੇ ਵਿਦੇਸ਼ ਜਿਹੜੇ ਮੰਤਰੀ ਨੇ ਮਾਫ ਕਰਨ ਜਾਂ 4 ਮੰਤਰੀ ਨੇ ਭਾਰਤ ਸਰਕਾਰ ਵਿੱਚ ਉਹਨਾਂ ਦੀ ਡਿਊਟੀ ਵੀ ਲਗਾ ਦਿੱਤੀ ਗਈ ਹੈ ਕਿ ਉੱਥੇ ਜਾ ਕੇ ਆਪਣੇ ਜਿਹੜੇ ਨਾਗਰਿਕ ਨੇ ਚਾਹੇ ਉਹ ਪੜ੍ਹੇ ਨੇ ਚਾਹੇ ਉੱਥੇ ਕੰਮ ਕਰ ਰਹੇ ਨੇ ਜਾਂ ਲੰਮੇ ਸਮੇਂ ਤੋਂ ਜਿਹੜੇ ਰਹਿ ਰਹੇ ਨੇ ਉਹਨਾਂ ਨੂੰ ਭਾਰਤ ਸੁਰੱਖਿਅਤ ਲਿਆਂਦਾ ਜਾ ਸਕੇ। ਹੁਣ ਜਦੋਂ ਕਿ ਸਾਰੇ ਪਾਸੇ ਬੰਬਾਰਮੈਂਟ ਹੋ ਰਹੀ ਹੈ ਭਾਰਤੀ ਜਿਹੜੀ ਉੱਥੋਂ ਦੀ ਐਮਬੈਸੀ ਆ ਉਹਨਾਂ ਨੇ ਵੀ ਇੰਨੀ ਗੱਲ ਕਹਿ ਦਿੱਤੀ ਹੈ ਕਿ ਜਿਹੜੇ ਉੱਥੇ ਫਸੇ ਨਾਗਰਿਕ ਨੇ ਉਹ ਕਿਸੇ ਵਾਹਨ ਦੀ ਇੰਤਜ਼ਾਰ ਨਾ ਕਰਨ, ਜੇਕਰ ਪੈਦਲ ਹੀ ਹੋ ਸਕਦਾ ਪੈਦਲ ਹੀ ਚੱਲ ਪੈਣ ਤੇ ਸਰਹੱਦਾਂ ਤੇ ਪਹੁੰਚੇ ਜਿਹੜੇ ਤਾਲਦੇ ਦੇਸ਼ਾਂ ਦੀਆਂ ਸਰਹੱਦਾਂ ਨੇ ਚਾਹੇ ਪੋਲੈਂਡ ਹੈ ਚਾਹੇ ਰੋਮਾਨੀਆ ਹੈ ਜਾਂ ਕੋਈ ਵੀ ਹੈ ਉੱਥੇ ਪਹੁੰਚਾ ਤੇ ਉੱਥੋਂ ਉਹਨਾਂ ਨੂੰ ਸੁਰੱਖਿਅਤ ਲਿਆ ਜਾ ਸਕਦਾ। ਹੁਣ ਤੁਹਾਡਾ ਪ੍ਰਸ਼ਨ ਇਹ ਹੈ ਕਿ ਕਿਸ ਪੱਧਰ ਤੇ ਜਦੋਂ ਇੰਨੇ ਹਾਲਾਤ ਖਰਾਬ ਹੋਣ ਤਾਂ ਫਿਰ ਉਹਨਾਂ ਪਾੜਿਆਂ ਨੂੰ ਕਿਸ ਤਰੀਕੇ ਨਾਲ ਸੁਰੱਖਿਅਤ ਤੋਂ ਬਾਹਰ ਕੱਢਿਆ ਜਾ ਸਕਦਾ ਹੈ। ਇਹ ਪ੍ਰਸ਼ਨ ਜਿਹੜਾ ਬਹੁਤ ਗੰਭੀਰ ਹੈ ਪਰ ਜਿਸ ਤਰੀਕੇ ਨਾਲ ਭਾਰਤ ਸਰਕਾਰ ਦੇ ਯਤਨ ਨੇ ਭਾਰਤ ਸਰਕਾਰ ਨੇ ਯੂਕਰੇਨ ਦੇ ਨਾਲ ਲੱਗਦੇ ਬਾਰਡਰਾਂ ਦੇ ਉੱਤੇ ਜਿਹੜੇ ਆਪਣੇ ਵਿਦੇਸ਼ ਮੰਤਰੀ ਜਿਹੜੇ ਮਾਫ ਕਰਦਾ ਜਿਹੜੇ 4 ਮੰਤਰੀ ਗਏ ਨੇ ਉਹਨਾਂ ਦੀ ਡਿਊਟੀਆਂ ਜਿਹੜੀਆਂ ਲੱਗ ਗਈਆਂ ਨੇ ਔਰ ਹੁਣ ਸਭ ਤੋਂ ਵੱਡੀ ਸਮੱਸਿਆ ਇਹੋ ਹੀ ਹੈ ਕਿ ਜਿਹੜੇ ਉੱਥੇ ਪਾੜੇ ਫਸੇ ਨੇ ਜਾਂ ਭਾਰਤੀ ਨਾਗਰਿਕ ਨੇ ਉਹ ਕਿਸੇ ਵਾਹਨ ਜਾਂ ਕਿਸੇ ਗੱਡੀ ਦੀ ਜਾਂ ਕਾਰ ਦੀ ਇੰਤਜ਼ਾਰ ਕੀਤੇ ਬਿਨਾਂ ਹੀ ਪੈਦਲ ਹੀ ਆਪਣੇ ਉਹਨਾਂ ਸਰਹੱਦਾਂ ਵੱਲ ਪਹੁੰਚਣ ਜਿੱਥੇ ਭਾਰਤੀ ਜਿਹੜੇ ਕੈਬਨਿਟ ਮੰਤਰੀ ਜਿਹੜੇ ਗਏ ਨੇ ਉੱਥੇ ਜਿਹੜੇ ਇੰਤਜ਼ਾਰ ਕਰ ਰਹੇ ਨੇ।
ਹੁਣ ਸਥਿਤੀਆਂ ਇਹੋ ਜਿਹੀਆਂ ਨੇ, ਜਾਂ ਤਾਂ ਭਾਰਤ ਸਰਕਾਰ ਰਸ਼ੀਆ ਨਾਲ ਗੱਲ ਕਰੇ ਕਿ ਰਸ਼ੀਆ ਦੇ ਉੱਤੇ ਇਹ ਦਬਾਅ ਪਾਵੇ, ਜਿਹੜਾ ਅਸੀਂ ਕਹਿ ਸਕਦੇ ਕੂਟਨੀਤਿਕ ਦਬਾਅ ਪਾ ਕੇ ਇਸ ਗੱਲ ਨੂੰ ਯਕੀਨੀ ਬਣਾਵੇ ਕਿ ਜਿਹੜੇ ਉੱਥੋਂ ਦੇ ਨਾਗਰਿਕ ਨੇ ਦਬਾਅ ਮਾਤਰ ਦੇ ਤਾਂ ਭਾਰਤ ਪਾਕਿਸਤਾਨ ਦਾ ਕੀ ਪਾਉਣਾ। ਭਾਰਤ ਨੇ 2 ਜਿਹੜੀਆਂ VOTING ਹੋਈਆਂ ਸੀ ਉਹਦੇ ਵਿੱਚ ਵੀ ਭਾਰਤ ਨੇ ਤਾਂ ਡਰਦੇ ਨੇ ਹਿੱਸਾ ਨਹੀਂ ਲਿਆ, ਨਾ ਹਾਂ ਦੇ ਵਿੱਚ ਨਾ ਦੇ ਵਿੱਚ, ਨਾ ਪੱਖ ਦੇ ਵਿੱਚ, ਨਾ ਵਿਰੋਧ ਦੇ ਵਿੱਚ। ਕਿਸੇ ਤਰੀਕੇ ਦੀ 2 ਵਾਰੀ ਜਿਹੜੀ VOTING ਹੋਈ ਹੈ ਉਹਦੇ ਵਿੱਚ ਭਾਰਤ ਨੇ ਤਾਂ ਹਿੱਸਾ ਹੀ ਨਹੀਂ ਲਿਆ। ਨਹੀਂ, ਹਿੱਸਾ ਜਾਂ ਲੈਣਾ ਜਾਂ ਨਾ ਲੈਣਾ, ਪਰ ਇਸ ਵੇਲੇ ਜਿਹੜੀ ਸਥਿਤੀ ਆ, ਇਸ ਵੇਲੇ ਮਾਨਵਤਾ ਦੇ ਆਧਾਰ ਤੇ ਕੂਟਨੀਤਿਕ ਦਬਾਅ ਜਿਹੜਾ ਕਿਸੇ ਵੀ ਤਰੀਕੇ ਨਾਲ ਜਿਹੜਾ ਰਸ਼ੀਆ ਦੇ ਉੱਤੇ ਪਾਇਆ ਜਾ ਸਕਦਾ, ਜਾਂ ਕਿ ਉਹਨਾਂ ਦੇ ਜਿਹੜੇ ਭਾਰਤ ਦੇ ਜਿਹੜੇ ਨਾਗਰਿਕ ਨੇ ਉਹਨਾਂ ਨੂੰ ਸੁਰੱਖਿਅਤ ਲਾਂਘਾ ਜਿਹੜਾ ਦਿੱਤਾ ਜਾ ਸਕੇ, ਤਾਂ ਬਿਲਕੁਲ ਸਹੀ ਗੱਲ ਹੈ ਕਿ ਜੇਕਰ ਭਾਰਤ ਨੇ ਉਸ ਵਕਤ ਕਿਸੇ ਨਾ ਕਿਸੇ ਹੱਕ ਦੇ ਵਿੱਚ ਵੋਟ ਪਾਈ ਹੁੰਦੀ ਜਾਂ ਰੂਸ ਦੇ ਹੱਕ ਵਿੱਚ ਪਾਈ ਹੁੰਦੀ, ਤਾਂ ਭਾਰਤੀ ਨਾਗਰਿਕਾਂ ਦੀ ਜਾਨ ਮਾਲ ਦੀ ਰਾਖੀ ਜਿਹੜੀ ਸੀ ਉਹ ਹੋ ਸਕਦੀ ਸੀ। ਕਿ ਇਹ ਠੀਕ ਹੈ ਕਿ ਉਹਨਾਂ ਕੋਲ ਸੁਰੱਖਿਅਤ ਲਾਂਘੇ ਦੀ ਮੰਗ ਕੀਤੀ ਜਾ ਸਕਦੀ ਸੀ। ਹੁਣ ਜਿਸ ਤਰੀਕੇ ਨਾਲ ਪਤਾ ਲੱਗਾ ਕਿ ਯੂਕਰੇਨ ਦੇ ਜਿਹੜੇ ਫੌਜੀ ਨੇ ਉਹ ਭਾਰਤੀ ਵਿਦਿਆਰਥੀਆਂ ਨੂੰ ਸਰਹੱਦ ਵੱਲ ਨਹੀਂ ਜਾਣ ਦੇ ਰਹੇ, ਔਰ ਉਹਨਾਂ ਤੇ ਦਬਾਅ ਇਹ ਪਾਇਆ ਜਾ ਰਿਹਾ ਕਿ ਤੁਸੀਂ ਵੀ ਇਸ ਜੰਗ ਦੇ ਵਿੱਚ ਸਾਡਾ ਸਾਥ ਦਿਓ, ਸਾਡੀ ਇਸ ਜੰਗ ਦਾ ਤੁਸੀਂ ਹਿੱਸਾ ਪਾਓ। ਸ਼ਾਇਦ ਭਾਰਤ ਸਰਕਾਰ ਫਿਰ ਇਸ ਕੂਟਨੀਤਿਕ ਮਸਲਿਆਂ ਦੇ ਵਿੱਚ ਅਸਫਲ ਰਹਿ ਗਈ ਕਿ ਜੇਕਰ ਉਸ ਵਕਤ ਜਿਹੜੀਆਂ ਤੁਸੀਂ 2 ਵੋਟਾਂ ਤੁਸੀਂ ਕਹਿ ਰਹੇ, ਜੇਕਰ ਉਹਨਾਂ ਵੋਟ ਜਾਂ ਹੱਕ ਚ ਪਾਈ ਹੁੰਦੀ ਜਾਂ ਖਿਲਾਫ ਪਾਈ ਹੁੰਦੀ, ਤਾਂ ਅੱਜ ਫਿਰ ਉਹ ਰਸ਼ੀਆ ਦੇ ਉੱਤੇ ਇੱਕ ਕੂਟਨੀਤਿਕ ਦਬਾਅ ਪਾ ਕੇ ਨਿਸ਼ਾਨੀ ਨਹੀਂ ਅਗਰ ਇੱਕ ਆਪਣੇ ਆਪ ਨੂੰ ਮਜ਼ਬੂਤ ਪ੍ਰਧਾਨ ਮੰਤਰੀ ਜਾਂ ਤਾਕਤਵਰ ਪ੍ਰਧਾਨ ਮੰਤਰੀ ਕਹਿਣ ਵਾਲੇ ਨਰਿੰਦਰ ਮੋਦੀ ਜੀ, ਫਿਰ ਜੇ ਆਪਾਂ ਕਹੀਏ ਕਮਜ਼ੋਰੀ ਹੋਈ ਹੈ ਇਹਦੇ ਵਿੱਚ। ਮਜ਼ਬੂਤ ਪ੍ਰਧਾਨ ਮੰਤਰੀ ਵਾਲੀ, ਦਲੇਰ ਪ੍ਰਧਾਨ ਮੰਤਰੀ ਵਾਲੀ, 56 ਇੰਚ ਦੇ ਸੀਨੇ ਵਾਲੇ ਪ੍ਰਧਾਨ ਮੰਤਰੀ ਵਾਲੀ ਤਾਂ ਕੋਈ ਗੱਲ ਫਿਰ ਹੈ ਨਹੀਂ ਕਿ ਨਾ ਤੁਸੀਂ ਵਿਰੋਧ 'ਚ ਜਾ ਰਹੇ ਹੋ ਨਾ ਪੱਖ 'ਚ ਜਾ ਰਹੇ ਹੋ, ਤੁਸੀਂ ਵੋਟ ਹੀ ਨਹੀਂ ਕਰ ਰਹੇ ਉੱਥੇ ਜੀ, ਤੁਸੀਂ ਆਪਣੀ ਹੋਂਦ ਹੀ ਦਰਜ ਨਹੀਂ ਕਰਵਾ ਰਹੇ ਜੀ। ਸੁਖਵਿੰਦਰ ਜੀ, ਜਿਹੜੀ ਸਥਿਤੀ ਹੈ ਨਾ ਭਾਰਤ ਦੇ ਮਜ਼ਬੂਤ ਪ੍ਰਧਾਨ ਮੰਤਰੀ ਵਾਲੀ ਜਾਂ 56 ਇੰਚ ਦੇ ਛਾਤੀ ਵਾਲੀ ਪ੍ਰਧਾਨ ਮੰਤਰੀ ਵਾਲੀ, ਉਹ ਜਿਹੜੀ ਦੇਖਿਆ ਕੇਵਲ ਪਾਕਿਸਤਾਨ ਵਾਸਤੇ ਹੀ ਹੋ ਸਕਦੀ ਆ। ਚਾਈਨਾ ਦੇ ਮਸਲੇ ਦੇ ਵਿੱਚ ਵੀ ਤੁਸੀਂ ਦੇਖ ਲਿਆ ਹੋਵੇਗਾ ਕਿ ਨਰਿੰਦਰ ਮੋਦੀ ਦੀ ਜਿਹੜੀ ਚੁੱਪੀ ਸੀ ਕਿਹੋ ਜਿਹੀ ਰਹੀ, ਜਾਂ ਹੋਰ ਜਿਹੜੇ ਕਿਹੜੇ ਦੇਸ਼ ਨੇ ਜਿਹੜੇ ਆਪੋ ਆਪਣੇ ਦੇ ਵਿੱਚ ਇੱਕ ਮਜ਼ਬੂਤ ਹੋਂਦ ਰੱਖਦੇ ਨੇ ਨਰਿੰਦਰ ਮੋਦੀ ਹੋਣਾ ਦਾ, ਉਹਨਾਂ ਦੇ ਪ੍ਰਤੀ ਜਿਹੜਾ ਕੀ ਲੱਗਦਾ ਕਿ ਇਹ ਕਿਸੇ ਤਰੀਕੇ ਦੇ ਨਾਲ ਜਿਹੜਾ ਤੀਜੇ ਮਹਾਯੁੱਧ ਦੀ ਤਿਆਰੀ ਦੇ ਵਿੱਚ ਰੂਸ ਹੈ, ਜਿਸ ਤਰੀਕੇ ਨਾਲ ਸਾਰੇ ਦੇਸ਼ਾਂ ਨੂੰ ਟਿੱਚ ਜਾਣ ਕੇ ਧਮਕੀ ਦੇ ਰਿਹਾ ਹੈ ਕਿ ਕਿਸੇ ਤਰੀਕੇ ਦੇ ਨਾਲ ਕਾਬੂ ਕੀਤਾ ਜਾ ਸਕਦੀ ਹੈ ਸਥਿਤੀ ਕਿ ਤੀਜਾ ਮਹਾਯੁੱਧ ਨਾ ਬਣ ਸਕੇ, ਮਹਾ ਤਬਾਹੀ ਜਿਹਦੀ ਚੇਤਾਵਨੀ ਦਿੱਤੀ ਹੈ ਰੂਸ ਦੇ ਵੱਲੋਂ ਉਹ ਨਾ ਹੋ ਸਕੇ, ਕਿ ਇਸ ਤਰੀਕੇ ਦਾ ਕੋਈ ਕਦਮ ਚੁੱਕੇ ਜਾ ਸਕਦੇ? ਸੁਖਵਿੰਦਰ ਜੀ, ਜੇਕਰ ਨਿਰਪੱਖ ਗੱਲ ਕਰੀਏ ਤੇ ਤੀਜਾ ਮਹਾਯੁੱਧ ਨਹੀਂ ਜੇ ਲੱਗਣਾ, ਇਹ ਕੇਵਲ ਧਮਕੀਆਂ ਨੇ। ਪੇਂਡੂ ਸੱਭਿਆਚਾਰ ਦੇ ਵਿੱਚ ਇਹੋ ਹੀ ਗੱਲਾਂ ਹੁੰਦੀਆਂ ਨੇ ਕਿ ਹਾਂ ਦੇਖ ਲਿਆ ਜਾਏਗਾ, ਤੈਨੂੰ ਅਸੀਂ ਵੇਖ ਲਾਂਗੇ, ਤੈਨੂੰ ਅਸੀਂ ਵੇਖ ਲਾਂਗੇ। ਲੜਾਈ ਦੇ ਢਾਈਏ ਫੱਟ ਹੁੰਦੇ ਨੇ। ਤਾਂ ਇਸ ਵੇਲੇ ਜਿਹੜਾ ਰੂਸ ਆ, ਉਹਨੇ ਢਾਈਏ ਫੱਟ ਜਿਹੜੀ ਕਾਰਵਾਈ ਉਹਨੇ ਕਰਦੀ ਸੀ ਉਹਨੇ ਕਰ ਦਿੱਤੀ, ਯੂਕਰੇਨ ਤੇ ਹਮਲਾ ਕਰਤੀ। ਹੁਣ ਜੇਕਰ ਤੀਜਾ ਮਹਾ ਵਿਸ਼ਵ ਯੁੱਧ ਛਿੜਦਾ, ਤਾਂ ਇਸ ਗੱਲ ਦਾ ਰਸ਼ੀਆ ਨੂੰ ਵੀ ਪਤਾ ਕਿ ਉਸਦਾ ਉਹਦੇ ਦੇਸ਼ ਤੇ ਉਹਦੇ ਵਾਸੀਆਂ ਦੇ ਉੱਤੇ ਕੀ ਪ੍ਰਭਾਵ ਪੈਣਾ ਤੇ ਬਾਕੀ ਦੁਨੀਆ ਤੇ ਕੀ ਪੈਣਾ। ਇਹ ਕੇਵਲ ਰਸ਼ੀਆ ਦੀਆਂ ਡਰਾਉਣ ਵਾਲੀਆਂ ਧਮਕੀਆਂ ਨੇ, ਜਾਂ ਅਸੀਂ ਕਹਿ ਸਕਦੇ ਇੱਕ ਦਬਾਅ, ਇੱਕ ਸਹਿਮ ਦਾ ਮਾਹੌਲ ਬਣਾ ਕੇ ਸਮੁੱਚੇ ਵਿਸ਼ਵ ਭਾਈਚਾਰੇ ਨੂੰ ਆਪਣੇ ਵੱਲ ਅਟਰੈਕਟ ਕਰਨਾ ਤੇ ਇਸ ਤਰੀਕੇ ਦਾ ਦਬਾਅ ਪਾਉਣਾ ਕਿ ਯੂਕਰੇਨ ਜਿਹੜਾ ਹੈ ਜਲਦੀ ਤੋਂ ਜਲਦੀ ਉਹਨਾਂ ਦੇ ਅੱਗੇ ਹਥਿਆਰ ਸੁੱਟ ਦੇਵੇ। ਆਪਣੇ ਦਰਸ਼ਕਾਂ ਨੇ ਵੀ ਦੱਸ ਦਈਏ ਕਿ ਜਿਹੜੀ ਗੱਲਬਾਤ ਚੱਲ ਰਹੀ ਸੀ ਰੂਸ ਅਤੇ ਯੂਕਰੇਨ ਦੇ ਵਿੱਚ, ਉਹ ਵੀ ਖਟਾਈ ਦੇ ਵਿੱਚ ਪੈ ਗਈ ਹੈ, ਕਿਉਂਕਿ ਜਿੱਥੇ ਬੇਲਾਰੂਸ ਦੇ ਵਿੱਚ ਗੱਲਬਾਤ ਹੋਣੀ ਸੀ ਉੱਥੇ ਰੂਸ ਦਾ ਜਿਹੜਾ ਵਫਦ ਤਾਂ ਪਹੁੰਚ ਗਿਆ, ਪਰ ਉੱਥੇ ਯੂਕਰੇਨ ਦਾ ਵਫਦ ਨਹੀਂ ਪਹੁੰਚਿਆ। ਯੂਕਰੇਨ ਇਹ ਗੱਲ ਕਹਿ ਰਿਹਾ ਕਿ ਜੇਕਰ ਗੱਲਬਾਤ ਕਰਨੀ ਹੈ ਤਾਂ ਉਹਨਾਂ ਦੇ ਹਮਲੇ ਬੰਦ ਕੀਤੇ ਜਾਣ, ਤੇ ਜੇ ਹਮਲੇ ਬੰਦ ਕਰਨ ਦੇ ਵਿੱਚ ਇਹ ਮੁਲਾਕਾਤ ਕਰਨੀ ਹੈ, ਗੱਲਬਾਤ ਕਰਨੀ ਹੈ, ਤਾਂ ਇਹ ਜਿਹੜਾ ਸਮਾਂ ਬਰਬਾਦ ਕਰਨ ਵਾਲੀ ਗੱਲ ਹੈ। ਪਹਿਲਾਂ ਹਮਲੇ ਰੁਕੇ ਰੂਸ, ਫਿਰ ਉਸ ਤੋਂ ਬਾਅਦ ਜਿਹੜੀ ਗੱਲਬਾਤ ਹੋਵੇਗੀ। ਅਗਲੀ ਖਬਰ ਦੀ ਜੇਕਰ ਆਪਾਂ ਗੱਲਬਾਤ ਅਣਖੀ ਸਾਹਿਬ ਕਰੀਏ ਤਾਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਦੀ ਉਮੀਦ ਕੱਲ ਕੀਤੀ ਜਾ ਰਹੀ ਸੀ, ਪਰ ਉਹ ਰਿਹਾਈ ਜਿਹੜੀ ਹੋ ਨਹੀਂ ਸਕੀ। ਜਿਹੜਾ ਬੋਰਡ ਬਣਿਆ ਦਿੱਲੀ ਸਰਕਾਰ, ਕੇਜਰੀਵਾਲ ਸਰਕਾਰ ਦੇ ਮੰਤਰੀ ਸਤਿੰਦਰ ਜੈਨ ਦੀ ਅਗਵਾਈ ਦੇ ਵਿੱਚ, ਉਸ ਬੋਰਡ ਦੇ ਵੱਲੋਂ ਜਿਹੜੀ ਹੈ ਅਗਲੀ ਸੁਣਵਾਈ ਤੱਕ ਜਿਹੜੀ ਟਾਲ ਦਿੱਤੀ ਗਈ ਹੈ ਪ੍ਰੋਫੈਸਰ ਭੁੱਲਰ ਦੀ ਰਿਹਾਈ। ਤਾਂ ਕਿਵੇਂ ਦੇਖਦੇ ਹੋ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਹੀ ਨਾਲ ਅਰਵਿੰਦ ਕੇਜਰੀਵਾਲ ਬੁਰੇ ਤਰੀਕੇ ਦੇ ਨਾਲ ਕਰ ਰਹੇ ਨੇ? ਦੇਖੋ, ਚੋਣਾਂ ਤੋਂ ਪਹਿਲਾਂ ਵੀ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਸਲਾ ਵੱਖ-ਵੱਖ ਵਿਰੋਧੀ ਪਾਰਟੀਆਂ ਵੱਲੋਂ ਬੜੇ ਕਾਰਗਰ ਤਰੀਕੇ ਨਾਲ ਉਠਾਇਆ ਗਿਆ। ਫਿਰ ਜਦੋਂ ਇਹ ਚੋਣਾਂ ਹੋ ਗਈਆਂ, ਇਹ ਮੁੱਦਾ ਫਿਰ ਠੰਡੇ ਬਸਤੇ 'ਚ ਜਾ ਪਿਆ ਤੇ ਕੱਲ ਦਾ ਇਹ ਮੁੱਦਾ ਫਿਰ ਉੱਠਿਆ, ਕਿਉਂਕਿ ਕੱਲ ਸਾਰਾ ਦਿਨ ਇਹ ਕਿਆਸ ਰਾਈਆਂ ਲੱਗਦੀਆਂ ਰਹੀਆਂ ਕਿ ਕਿਸੇ ਸਮੇਂ ਪ੍ਰੋਫੈਸਰ ਭੁੱਲਰ ਦੀ ਜਿਹੜੀ ਰਿਹਾਈ ਆ ਉਹ ਹੋ ਸਕਦੀ ਹੈ, ਕਿਸੇ ਸਮੇਂ ਹੋ ਸਕਦੀ ਆ। ਪਰ ਦੇਰ ਸ਼ਾਮ ਤੱਕ ਇਹ ਆ ਗਿਆ ਕਿ ਜਿਹੜੀ 7 ਮੈਂਬਰੀ ਕਮੇਟੀ ਆ, ਉਹਨਾਂ ਨੇ ਜਿਹੜੀ ਰਿਹਾਈ ਆ ਅਗਲੀ ਤਰੀਕ ਤੱਕ ਜਿਹੜੀ ਟਾਲ ਦਿੱਤੀ, ਅਗਲੀ ਸੁਣਵਾਈ ਤੱਕ ਟਾਲ ਦਿੱਤੀ ਹੈ। ਸੁਖਵਿੰਦਰ ਜੀ, ਕੁਝ ਟੈਕਨੀਕਲ ਮਸਲੇ ਨੇ, ਤਕਨੀਕੀ ਮਸਲੇ, ਕਿਉਂਕਿ ਇਹ ਮਸਲਾ ਸਿਰਫ ਤੇ ਸਿਰਫ ਅਰਵਿੰਦ ਕੇਜਰੀਵਾਲ ਨਾਲ ਸੰਬੰਧਿਤ ਨਹੀਂ ਹੈ।
ਅਰਵਿੰਦ ਕੇਜਰੀਵਾਲ ਕਿਉਂਕਿ ਜੇਲ੍ਹਾਂ ਨਾਲ ਸੰਬੰਧਿਤ ਉੱਥੋਂ ਉਹਨਾਂ ਕੋਲ ਅਧਿਕਾਰ ਖੇਤਰ ਕੇਵਲ ਇਹੋ ਹੀ ਆ, ਬਾਕੀ ਇਹਦੇ ਵਿੱਚ ਤਿਹਾੜ ਜੇਲ੍ਹ ਦੇ ਸੁਪਰਡੈਂਟ ਜਾਂ ਬਾਕੀ ਕੇਂਦਰ ਦੇ ਗ੍ਰਹਿ ਮੰਤਰਾਲੇ ਦੇ ਜਿਹੜੇ ਬੰਦੇ ਨੇ ਉਹ ਵੀ ਇਸ ਟੀਮ ਦੇ ਵਿੱਚ ਸ਼ਾਮਲ ਨੇ। ਤਾਂ ਇਸ ਮਸਲੇ ਨੂੰ ਜੇਕਰ ਤਕਨੀਕੀ ਪੱਧਰ ਤੇ ਉਹ ਵਿਚਾਰਦੇ ਨੇ ਤਾਂ ਕਈ ਗੱਲਾਂ ਇਹਦੇ ਵਿੱਚ ਸਾਹਮਣੇ ਆ ਜਾਂਦੀਆਂ। ਕਿੰਨੇ ਲੋਕ ਉਸ ਹਮਲੇ 'ਚ ਮਾਰੇ ਗਏ, ਕਿੰਨੇ ਜ਼ਖਮੀ ਹੋਏ, ਸ਼ਾਇਦ ਉਹਨਾਂ ਦੇ ਜਿਹੜੇ ਮਾਪਦੰਡ ਨੇ ਉਹ ਮਾਪਦੰਡ ਉਹ ਨੇ ਕਿ ਜਿਹੜੇ ਅਮਨ ਤੇ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਜੁੜੇ ਹੋਏ ਨੇ। ਦੂਜੇ ਪਾਸੇ ਰਾਜਨੀਤਿਕ ਪਾਰਟੀਆਂ ਵਾਸਤੇ ਇਹ ਇੱਕ ਮੁੱਦਾ ਹੈਗਾ। ਇਹ ਮੁੱਦਾ ਪ੍ਰਕਾਸ਼ ਸਿੰਘ ਬਾਦਲ ਨੇ ਉਠਾਇਆ ਚੋਣਾਂ ਤੋਂ ਪਹਿਲਾਂ ਕਿ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਹੋਣੀ ਚਾਹੀਦੀ ਹੈ, ਜਾਂ ਵੱਖ-ਵੱਖ ਨੇਤਾਵਾਂ ਵੱਲੋਂ ਉਠਾਇਆ ਗਿਆ। ਤਾਂ ਉਹਨਾਂ ਨਾਲ ਇੱਕ ਗੱਲ ਸਾਫ਼ ਤੇ ਕਲੀਅਰ ਮੈਂ ਕਰਾਂ ਸਪਸ਼ਟ ਰੂਪ ਦੇ ਵਿੱਚ, ਆਪਣੇ ਸੁਖਵਿੰਦਰ ਜੀ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਸਲਾ ਇਹਨਾਂ ਵਿਰੋਧੀ ਪਾਰਟੀਆਂ ਵਾਸਤੇ ਇੰਨਾ ਜ਼ਿਆਦਾ ਮਹੱਤਵਪੂਰਨ ਹੈ ਜਾਂ ਨਹੀਂ ਹੈ, ਪਰ ਇਸ ਮੁੱਦੇ ਤੇ ਅਰਵਿੰਦ ਕੇਜਰੀਵਾਲ ਨੂੰ ਘੇਰਦਾ ਉਹਨਾਂ ਦਾ ਇੱਕ ਮਹੱਤਵਪੂਰਨ ਮੁੱਦਾ ਆ। ਸੋ ਨਾ ਚਾਹੁੰਦਿਆਂ ਹੋਇਆ ਵੀ ਅਰਵਿੰਦ ਕੇਜਰੀਵਾਲ ਇਹ ਸਾਰੇ ਸਿਸਟਮ ਦਾ ਆਲੋਚਨਾ ਦਾ ਵਿਰੋਧੀ ਪਾਰਟੀ ਦੀ ਆਲੋਚਨਾ ਦਾ ਸ਼ਿਕਾਰ ਬਣਦੇ ਜਾ ਰਹੇ ਆ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਸਲਾ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦਾ ਨਹੀਂ ਜੁੜਿਆ, ਇਹ ਗੱਲ ਸਾਫ਼ ਕਹਿ ਦਈਏ। ਉਹ 7 ਮੈਂਬਰੀ ਕਮੇਟੀ ਹੈ ਜਿਹਦੇ ਵਿੱਚ ਕੇਂਦਰ ਦੇ ਨੁਮਾਇੰਦੇ ਵੀ ਸ਼ਾਮਲ ਨੇ, ਹੋਮ ਮਿਨਿਸਟਰੀ ਦੇ ਵੀ ਸ਼ਾਮਲ ਨੇ, ਦਿੱਲੀ ਦੀ ਤਿਹਾੜ ਜੇਲ੍ਹ ਦੇ ਵੀ ਸ਼ਾਮਲ ਨੇ। ਪਰ ਕਿਉਂਕਿ ਵਿਰੋਧੀ ਪਾਰਟੀ ਨੂੰ ਇੱਕ ਮੁੱਦਾ ਚਾਹੀਦਾ ਹੁੰਦਾ, ਉਹ ਇਸ ਕਰਕੇ ਅਰਵਿੰਦ ਕੇਜਰੀਵਾਲ ਨੂੰ ਟਾਰਗੇਟ ਕਰਦੇ ਆ। ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਹੁੰਦੀ ਹੈ ਜਾਂ ਨਹੀਂ ਹੁੰਦੀ, ਇਹ ਮਸਲੇ ਬੀਤੇ ਦੌਰ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਵੀ ਵੇਖੇ ਜਾ ਚੁੱਕੇ ਆ, ਕਾਂਗਰਸ ਦੀ ਸਰਕਾਰ ਸਮੇਂ ਵੀ ਵੇਖੇ ਜਾ ਚੁੱਕੇ ਆ। ਜੇਕਰ ਕਾਂਗਰਸ ਸਰਕਾਰ ਇੰਨੀ ਹੀ ਗੰਭੀਰ ਹੁੰਦੀ ਤਾਂ ਇਹ ਮੁੱਦੇ ਉਦੋਂ ਵੀ ਹੱਲ ਹੋ ਸਕਦੇ ਸੀ। ਦਵਿੰਦਰਪਾਲ ਭੁੱਲਰ ਦੀ ਸਜ਼ਾ ਦਾ ਮੁੱਦਾ, ਕਹਿਣ ਦਾ ਅਰਥ ਹੈ ਕਿ ਦਵਿੰਦਰਪਾਲ ਭੁੱਲਰ ਦੀ ਰਿਹਾਈ ਦੇ ਮਸਲੇ ਨੂੰ ਵਰਤ ਕੇ ਅਰਵਿੰਦ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਕੇਵਲ ਔਰ ਕੇਵਲ ਸਿਆਸੀ ਰਾਹ ਲੈਣ ਵਾਸਤੇ ਟਾਰਗੇਟ ਕੀਤਾ ਜਾ ਰਿਹਾ, ਜਦੋਂ ਕਿ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਜਿਹੜਾ ਮਸਲਾ ਹੈਗਾ ਸਿੱਧਾ ਤੇ ਸਪਸ਼ਟ ਰੂਪ ਦੇ ਵਿੱਚ ਅਮਨ ਤੇ ਕਾਨੂੰਨ ਜਾਂ ਕਾਨੂੰਨੀ ਪ੍ਰਕਿਰਿਆ ਦਾ ਮਸਲਾ ਹੈਗਾ, ਇਹ ਉਹਦੇ ਉੱਤੇ ਛੱਡ ਦੇਣਾ ਚਾਹੀਦਾ। ਬਾਕੀ ਸਿਆਸਤ ਜ਼ਰੂਰ ਹੋ ਰਹੀ ਹੈ ਤੇ ਸਿਆਸਤ ਉਹਨਾਂ ਚਿਰ ਤੱਕ ਹੁੰਦੀ ਰਹਿਣੀ ਹੈ ਜਿੰਨਾ ਚਿਰ ਸਿੰਘ ਦਵਿੰਦਰਪਾਲ ਸਿੰਘ ਭੁੱਲਰ ਰਿਹਾ ਹੋ ਕੇ ਬਾਹਰ ਨਹੀਂ ਹੁੰਦੇ। ਜੀ ਬਿਲਕੁਲ ਟਾਂਕੀ ਸਾਹਿਬ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਜਿਹੜਾ ਜਾ ਸਕਦੇ ਹੋ ਤਾਂ ਅਗਲੀਆਂ ਜਿਹੜੀਆਂ 2-4 ਖਬਰਾਂ ਨੇ ਉਹ ਮੈਂ ਇਕੱਲਾ ਹੀ ਉਹਨਾਂ ਤੇ ਚਰਚਾ ਕਰਾਂਗਾ। ਟਾਂਕੀ ਸਾਹਿਬ ਤੁਸੀਂ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ। ਅਗਲੀ ਖਬਰ ਤੇ ਜੇਕਰ ਆਪਾਂ ਗੱਲਬਾਤ ਕਰੀਏ ਭਗਵੰਤ ਮਾਨ ਨੂੰ ਲੈ ਕੇ, ਉਹ ਖਬਰ ਹੈ ਭਗਵੰਤ ਮਾਨ ਦੇ ਵੱਲੋਂ ਪੰਜਾਬ ਪੁਲਿਸ ਦੇ ਮਾਮਲੇ ਦੇ ਵਿੱਚ ਵੱਡਾ ਬਿਆਨ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਉੱਪਰ ਜਿਸ ਤਰੀਕੇ ਦਾ ਸਿਆਸੀ ਦਖਲ ਅੰਦਾਜ਼ੀ ਅੱਜ ਕੱਲ੍ਹ ਚੱਲ ਰਹੀ ਹੈ, ਉਹ ਜਿਹੜੀ ਦਖਲ ਅੰਦਾਜ਼ੀ ਸਾਡੀ ਸਰਕਾਰ ਆਉਣ ਤੇ ਉਹ ਕਹਿੰਦੇ ਬੰਦ ਕਰ ਦਿੱਤੀ ਜਾਊਗੀ। ਪੰਜਾਬ ਪੁਲਿਸ ਕਹਿੰਦੇ ਜਿਹੜੀ ਹੈਗੀ ਹੈ ਉਹ ਪੂਰਨ ਤਰੀਕੇ ਨਾਲ ਕਾਰਜਸ਼ੀਲਤਾ ਹੈਗੀ ਹੈ, ਉਹ ਸਹੀ ਕੰਮਕਾਜ ਕਰਨ ਦੇ ਵਿੱਚ ਪਰਪੱਕ ਹੈਗੀ ਹੈ, ਪਰ ਸਿਆਸਤਦਾਨਾਂ ਦੇ ਵੱਲੋਂ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਕੰਮਕਾਜ ਜਿਹੜਾ ਕਰਨ ਨਹੀਂ ਦਿੱਤਾ ਜਾਂਦਾ ਤੇ ਉਹਨਾਂ ਦੇ ਵਿੱਚ ਕੰਮ ਦੇ ਵਿੱਚ ਸਿਆਸੀ ਦਖਲ ਅੰਦਾਜ਼ੀ ਜਿਹੜੀ ਹੈ ਉਹ ਕਹਿੰਦੇ ਉਹ ਕੀਤੀ ਜਾਂਦੀ ਹੈ। ਤੇ ਨਾਲ ਹੀ ਨਾਲ ਉਹਨਾਂ ਨੇ ਨਿਸ਼ਾਨੇ ਤੇ ਲਿਆ ਕੈਪਟਨ ਅਮਰਿੰਦਰ ਸਿੰਘ ਨੂੰ, ਨਾਲ ਹੀ ਨਾਲ ਨਿਸ਼ਾਨੇ ਤੇ ਲਿਆ ਬਾਦਲਾਂ ਨੂੰ। ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੀ ਪ੍ਰੋਟੈਕਸ਼ਨ ਯੂਨਿਟ ਦੇ ਵਿੱਚ ਬੰਦੇ ਭਰਤੀ ਕੀਤੇ ਨੇ ਉਹ ਬਾਹਰਲੇ ਸੂਬਿਆਂ ਤੋਂ ਜ਼ਿਆਦਾ ਨੇ। 209 ਬੰਦੇ ਬਾਹਰਲੇ ਸੂਬਿਆਂ ਦੇ ਨੇ ਜਿਨ੍ਹਾਂ ਨੂੰ ਨੌਕਰੀ ਦਿੱਤੀ ਗਈ ਹੈ। ਸਿਰਫ ਔਰ ਸਿਰਫ 19 ਬੰਦੇ ਹੀ ਪੰਜਾਬ ਪੁਲਿਸ ਦੇ ਨੇ ਜਿਨ੍ਹਾਂ ਨੂੰ ਨੌਕਰੀ ਦਿੱਤੀ ਗਈ ਹੈ ਪ੍ਰੋਟੈਕਸ਼ਨ ਯੂਨਿਟ ਦੇ ਵਿੱਚ। ਤਾਂ ਉਹਨਾਂ ਨੇ ਸਾਫ਼ ਤੌਰ ਤੇ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਇਹਨਾਂ ਨੂੰ ਪੰਜਾਬ ਪੁਲਿਸ ਜਾਂ ਪੰਜਾਬ ਦੇ ਜਵਾਨਾਂ ਤੇ ਭਰੋਸਾ ਹੀ ਨਹੀਂ ਹੈ। ਤਾਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਉਹਨਾਂ ਦੇ ਵੱਲੋਂ ਕਹੀਆਂ ਗਈਆਂ ਨੇ। ਉਹਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਸਰਕਾਰ ਬਣਨ ਦੇ ਉੱਪਰ ਪੰਜਾਬ ਪੁਲਿਸ ਨੂੰ ਜਿਹੜਾ ਬਣਦਾ ਮਾਣ ਸਤਿਕਾਰ ਜਿਹੜਾ ਉਹ ਪੂਰਾ ਦਿੱਤਾ ਜਾਊਗਾ। ਤੇ ਨਾਲ ਹੀ ਨਾਲ ਉਹਨਾਂ ਨੇ ਕਿਹਾ ਕਿ ਮੁਲਾਜ਼ਮ ਜਿਹੜੇ ਹੈ ਉਹ ਕੁਝ ਵੱਡੇ ਅਫਸਰਾਂ ਦੇ ਜਾਂ ਫਿਰ ਵੱਡੇ ਨੇਤਾਵਾਂ ਦੇ ਘਰਾਂ ਦੇ ਵਿੱਚ ਪੁਲਿਸਿੰਗ ਤੋਂ ਬਿਨਾਂ ਜਿਹੜੇ ਕੰਮਕਾਜ ਕਰ ਰਹੇ ਨੇ ਉਹਨਾਂ ਕੰਮਕਾਜ ਦੇ ਉੱਤੇ ਵੀ ਰੋਕ ਲਾਈ ਜਾਊਗੀ। ਸਿਰਫ ਔਰ ਸਿਰਫ ਪੁਲਿਸ ਦਾ ਹੀ ਕੰਮ ਪੁਲਿਸ ਅਧਿਕਾਰੀਆਂ ਤੋਂ ਲਿਆ ਜਾਊਗਾ। ਤਾਂ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿਹੜੇ ਸੁਰੱਖਿਆ ਦੇ ਨਾਮ ਤੇ VIP ਦੇ ਨਾਮ ਦੇ ਉੱਪਰ ਜਿਹੜੇ ਕੁਝ ਪੁਲਿਸ ਮੁਲਾਜ਼ਮ ਪੱਕੇ ਤੌਰ ਤੇ ਕੁਝ ਲੋਕਾਂ ਦੇ ਨਾਲ ਚੱਲ ਰਹੇ ਨੇ ਉਹਨਾਂ ਨੂੰ ਵੀ ਦੁਬਾਰਾ ਤੋਂ ਥਾਣਿਆਂ ਦੇ ਵਿੱਚ ਲਿਆਂਦਾ ਜਾਊਗਾ ਤਾਂ ਜੋ ਥਾਣਿਆਂ ਦੀ ਨਫਰੀ ਜਿਹੜੀ ਹੈ ਉਹ ਘੱਟ ਨਾ ਰਹੇ। ਨਾਲ ਹੀ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਉਹਨਾਂ ਨੂੰ ਟ੍ਰੈਫਿਕ ਦੇ ਵਿੱਚ ਵੀ ਲਾਇਆ ਜਾਊਗਾ ਤਾਂ ਜੋ ਟ੍ਰੈਫਿਕ ਨਿਯਮ ਵੀ ਜਿਹੜੇ ਉਹ ਸੁਧਰ ਸਕਣ, ਪੰਜਾਬ ਦੀ ਟ੍ਰੈਫਿਕ ਦੇ ਵਿੱਚ ਵੀ ਸੁਧਾਰ ਜਿਹੜਾ ਹੋ ਸਕੇ। ਤੇ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਵਾਅਦਾ ਕੀਤਾ ਕਿ ਇੱਕ ਹਫ਼ਤਾਵਾਰੀ ਛੁੱਟੀ ਦਾ ਐਲਾਨ ਕੀਤਾ ਜਾਊਗਾ। ਇਹ ਇੱਕ ਬੜੀ ਵੱਡੀ ਪ੍ਰੋਬਲਮ ਰਹਿੰਦੀ ਹੈ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਅੰਦਰ ਕਿ ਜਿਹੜੀ ਹੈਗੀ ਹੈ ਉਹਨਾਂ ਨੂੰ ਛੁੱਟੀ ਨਹੀਂ ਮਿਲਦੀ, 24 ਘੰਟੇ ਕੰਮ ਕਰਨਾ ਪੈਂਦਾ। ਤਾਂ ਭਗਵੰਤ ਮਾਨ ਨੇ ਇਹ ਗੱਲ ਕਹੀ ਹੈ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਉਹਨਾਂ ਨੂੰ ਇੱਕ ਹਫ਼ਤਾਵਾਰੀ ਛੁੱਟੀ ਵੀ ਮਿਲੂਗੀ ਤੇ ਨਾਲ ਹੀ ਨਾਲ ਉਹਨਾਂ ਦੇ ਕੰਮਕਾਜ ਦੇ ਸਮੇਂ ਦੀ ਤੈਅ ਸੀਮਾ ਵੀ ਜਿਹੜੀ ਤੈਅ ਕੀਤੀ ਜਾਊਗੀ, ਯਾਨੀ ਕਿ ਸ਼ਿਫਟ ਦੇ ਤੌਰ ਤੇ ਜਾਂ ਆਪਾਂ ਕਹਿ ਲਈਏ ਕਿ ਕੁਝ ਘੰਟਿਆਂ ਦੀ ਇੱਕ ਸ਼ਿਫਟ ਹੋਊਗੀ
ਜਿਹਦੇ ਵਿੱਚ ਤੈਅ ਸੀਮਾ ਹੋਊਗੀ, ਜਿਹਦੇ ਵਿੱਚ ਪੰਜਾਬ ਪੁਲਿਸ ਦੇ ਅਧਿਕਾਰੀ ਜਾਂ ਮੁਲਾਜ਼ਮ ਜਿਹੜੇ ਆ ਉਹ ਕੰਮਕਾਜ ਕਰਨਗੇ। ਨਾਲ ਹੀ ਨਾਲ ਉਹਨਾਂ ਨੇ ਕਿਹਾ ਕਿ ਰੋਜ਼ਾਨਾ ਖਾਣੇ ਦੇ ਪੈਸਿਆਂ ਦੇ ਵਿੱਚ ਵੀ ਜਿਹੜਾ ਵਾਧਾ ਕੀਤਾ ਜਾਊਗਾ। ਭੱਤਾ ਜਿਹੜਾ ਮਿਲਦਾ ਹੈ ਉਹ 3 ਰੁਪਈਏ ਮੇਰੇ ਖਿਆਲ 'ਚ ਇੱਕ ਦਿਨ ਦਾ ਮਿਲਦਾ ਹੈ। 3 ਰੁਪਈਏ ਨਾਲ ਤਾਂ ਅੱਜ ਕੱਲ੍ਹ ਗੱਡੀ ਦੇ ਵਿੱਚ ਜਾਂ ਸਾਈਕਲ ਦੇ ਵਿੱਚ ਹਵਾ ਭਰਨ ਵਾਲਾ ਵੀ 3 ਰੁਪਈਏ ਅੱਜ ਕੱਲ੍ਹ ਲੈਂਦਾ ਨਹੀਂ, ਉਹ ਵੀ ਉਸ ਤੋਂ ਜ਼ਿਆਦਾ ਲੈਂਦਾ। ਤੇ 3 ਰੁਪਈਏ ਦੇ ਵਿੱਚ ਕੀ ਪੁਲਿਸ ਮੁਲਾਜ਼ਮ ਆਪਣੇ ਜਿਹੜੇ ਖਾਣੇ ਖਾਣਗੇ, ਕੀ ਉਹਦੇ ਵਿੱਚ ਸਿਹਤ ਸਹੂਲਤਾਂ ਦਾ ਖਿਆਲ ਰੱਖਣਗੇ। 3 ਰੁਪਈਏ ਮਿਲਦਾ। ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਵੀ ਜਾ ਕੇ DGP ਨੂੰ ਮਿਲ ਕੇ ਇਸ ਮਾਮਲੇ ਦੇ ਉੱਪਰ ਗੱਲਬਾਤ ਕਰਕੇ ਆਏ ਸੀ। ਤੇ ਨਾਲ ਹੀ ਨਾਲ ਜੇ ਮੈਂ ਗੱਲਬਾਤ ਇਸ ਵਾਲੇ ਪਾਸੇ ਭਗਵੰਤ ਮਾਨ ਦੇ ਬਿਆਨਾਂ ਤੇ ਕਰਾਂ ਕਿ ਵਾਕਈ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਕਿ ਇਹ ਚੀਜ਼ਾਂ ਹੋਣਗੀਆਂ ਜਿਹੜੀਆਂ ਭਗਵੰਤ ਮਾਨ ਕਹਿ ਰਹੇ ਨੇ, ਜਾਂ ਫਿਰ ਜਿਹੜੀ 9 ਤਰੀਕ ਤੱਕ ਇਹਨਾਂ ਸਰਕਾਰੀ ਮੁਲਾਜ਼ਮਾਂ ਦੀਆਂ ਵੋਟਾਂ ਪੈਣੀਆਂ ਨੇ, ਪੁਲਿਸ ਅਧਿਕਾਰੀਆਂ ਦੀਆਂ ਵੋਟਾਂ ਪੈਣੀਆਂ ਨੇ 9 ਮਾਰਚ ਤੱਕ ਬੈਲਟ ਪੇਪਰ ਦੇ ਜ਼ਰੀਏ, ਕਿਉਂਕਿ ਇਹਨਾਂ ਦੀ ਸਾਰੀ ਪੁਲਿਸ ਦੀ ਤਾਂ ਡਿਊਟੀ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਬੂਥ ਕੇਂਦਰਾਂ ਤੇ ਲੱਗੀ ਸੀ, ਆਪਣਾ ਆਪਣੇ ਬੂਥ ਕੇਂਦਰ ਤੇ ਹੈ ਨਹੀਂ ਸੀ, ਜਿਸ ਕਰਕੇ ਆਪਣੀ ਵੋਟ ਨਹੀਂ ਪਾ ਸਕੀ। ਤਾਂ ਹੁਣ ਬੜੇ ਵੱਡੇ ਪੱਧਰ ਦੇ ਉੱਪਰ ਪੁਲਿਸ ਮੁਲਾਜ਼ਮਾਂ ਦੀਆਂ 9 ਮਾਰਚ ਤੱਕ ਬੈਲਟ ਪੇਪਰ ਦੇ ਰਾਹੀਂ ਵੋਟਾਂ ਪੈਣੀਆਂ ਨੇ, ਤਾਂ ਕਿ ਵਾਕਈ ਇਹ ਵਾਅਦੇ ਜਿਹੜੇ ਆਮ ਆਦਮੀ ਪਾਰਟੀ ਪੂਰੇ ਕਰਨ ਜਾ ਰਹੀ ਹੈ, ਜਾਂ ਫਿਰ 9 ਮਾਰਚ ਤੱਕ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਭਰਮਾਉਣ ਦੀ ਕੋਸ਼ਿਸ਼ ਹੈ ਕਿ ਭਰਮਾਇਆ ਜਾਵੇ ਇਸ ਤਰੀਕੇ ਦੇ ਵਾਅਦੇ ਕਰਕੇ ਤੇ ਉਹਨਾਂ ਤੋਂ ਵੋਟਾਂ 9 ਮਾਰਚ ਤੱਕ ਲੈ ਲਈਆਂ ਜਾਣ। ਇਹ ਤਾਂ ਹੁਣ ਸਮਾਂ ਹੀ ਦੱਸੂਗਾ, ਪਰ ਫਿਰ ਵੀ ਆਸ ਕਰਨੀ ਚਾਹੀਦੀ ਹੈ ਕਿ ਜੇਕਰ ਬਦਲਾਵ ਦੀ ਕਿਸੇ ਤਰੀਕੇ ਦੀ ਸਰਕਾਰ ਪਹਿਲੀ ਵਾਰ ਆਉਂਦੀ ਹੈ ਤਾਂ ਉਸ ਤੇ ਭਰੋਸਾ ਆਸਵੰਦ ਹੋਣਾ ਚਾਹੀਦਾ ਹੈ ਕਿ ਸ਼ਾਇਦ ਇਹ ਜਿਹੜੇ ਲੋਕ ਹੈ ਇਹ ਕਰ ਦੇਣ ਇਹ ਜਿਹੜੀਆਂ ਸਾਰੀਆਂ ਗੱਲਾਂ ਭਗਵੰਤ ਮਾਨ ਹੋਰਾਂ ਦੇ ਵੱਲੋਂ ਕਹੀਆਂ ਗਈਆਂ ਨੇ। ਤੇ ਨਾਲ ਹੀ ਨਾਲ ਉਧਰ ਗੱਲਬਾਤ ਜਿਹੜੀ ਅਸੀਂ ਸੁਪਰੀਮ ਕੋਰਟ ਦੇ ਵਿੱਚ ਮੁਫਤ ਵਾਅਦਾਖੋਰੀ ਨੂੰ ਲੈ ਕੇ ਜਿਹੜੀ ਇੱਕ ਪਟੀਸ਼ਨ ਪਾਈ ਗਈ ਹੈ, ਤਾਂ ਉਹਦੇ ਵਿੱਚ ਮੰਗ ਕੀਤੀ ਗਈ ਹੈ ਕਿ ਜਿਹੜੇ ਵਾਅਦਾ ਖਿਲਾਫੀ ਕਰਦੇ ਨੇ ਜਾਂ ਫਿਰ ਮੁਫਤ ਦੀ ਵਾਅਦਾਖੋਰੀ ਦੇ ਇਲਜ਼ਾਮ ਜਿਨ੍ਹਾਂ ਤੇ ਲਾਏ ਗਏ ਨੇ, ਜਿਹੜੇ ਇਹ ਲੋਕਾਂ ਨੂੰ ਭਰਮਾਉਣ ਦੇ ਲਈ ਵਾਅਦੇ ਕਰਦੇ ਨੇ ਕਿ ਅਸੀਂ ਫ੍ਰੀ ਇਹ ਦਿਆਂਗੇ, ਅਸੀਂ ਫ੍ਰੀ ਇਹ ਦਿਆਂਗੇ, ਤਾਂ ਉਹਨਾਂ ਦੇ ਖਿਲਾਫ ਇੱਕ ਯੂਪੀ ਦੇ ਆਦਮੀ ਦੇ ਵੱਲੋਂ ਜਿਹੜੀ ਪਟੀਸ਼ਨ ਪਾਈ ਗਈ ਹੈ, ਉਹਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਯੂਪੀ ਦੇ ਵਿੱਚ ਸਪਾ ਦੇ ਸਾਰੇ ਉਮੀਦਵਾਰ ਤੇ ਕਾਂਗਰਸ ਦੇ ਸਾਰੇ ਉਮੀਦਵਾਰ ਦੀ ਜਿਹੜੀ ਯੋਗਤਾ ਜਿਹੜੀ ਰੱਦ ਕੀਤੀ ਜਾਵੇ, ਤੇ ਨਾਲ ਹੀ ਨਾਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਜਿਹੜੇ ਉਮੀਦਵਾਰਾਂ ਦੀ ਜਿਹੜੀ ਯੋਗਤਾ ਜਿਹੜੀ ਰੱਦ ਕੀਤੀ ਜਾਵੇ। ਉਹਨਾਂ ਨੇ ਇਹ ਜਿਹੜੀ ਪਟੀਸ਼ਨ ਦੇ ਵਿੱਚ ਮੰਗ ਕੀਤੀ ਹੈ। ਤਾਂ ਉਧਰ ਜਿਹੜੇ ਚੀਫ ਜਸਟਿਸ ਨੇ ਇਹ ਗੱਲ ਕਹੀ ਹੈ ਕਿ ਠੀਕ ਹੈ ਕਿ ਅਸੀਂ ਵੀ ਜਾਣਦੇ ਹਾਂ ਕਿ ਸਿਰਫ ਔਰ ਸਿਰਫ ਪੰਜਾਬ ਦੀ ਜਾਂ ਯੂਪੀ ਦੀ ਇਹ ਗੱਲ ਨਹੀਂ, ਪੰਜਾਬ ਦੇ ਹੋਰ ਮਾਫ ਕਰਨਾ ਭਾਰਤ ਦੇ ਸਾਰੇ ਵੱਖ-ਵੱਖ ਸੂਬਿਆਂ ਦੇ ਅੰਦਰ ਜਿਹੜੀ ਹੈਗੀ ਹੈ ਇਹ ਪ੍ਰੋਬਲਮ ਹੈਗੀ ਹੈ। ਇਹ ਵਾਅਦਾ ਖਿਲਾਫੀ ਵੀ ਹੁੰਦੀ ਹੈ ਤੇ ਮੁਫਤਖੋਰੀ ਵੀ ਹੁੰਦੀ ਹੈ ਤੇ ਵੋਟਾਂ ਦੇ ਨਾਮ ਤੇ ਰਿਸ਼ਵਤ ਵੀ ਦਿੱਤੀ ਜਾਂਦੀ ਹੈ। ਇਹ ਸਿਰਫ ਇੱਕ ਸੂਬੇ ਦੀ ਗੱਲ ਨਹੀਂ, ਸਗੋਂ ਦੀ ਪੂਰੇ ਭਾਰਤ ਦੀ ਗੱਲ ਹੈ। ਤੇ ਇਹ ਕਹਿੰਦੇ ਸਾਨੂੰ ਵੀ ਪਤਾ ਇਸ ਮਾਮਲੇ ਦੇ ਵਿੱਚ, ਪਰ ਗੱਲ ਕੀ ਹੈ ਕਿ ਇਸ ਮਾਮਲੇ ਦੇ ਵਿੱਚ ਤੁਹਾਨੂੰ ਸਬੂਤ ਦੇਣੇ ਪੈਣਗੇ। ਇਸ ਮਾਮਲੇ ਦੇ ਵਿੱਚ ਤੁਹਾਨੂੰ ਸਾਬਤ ਕਰਨਾ ਪਊਗਾ ਕਿ ਵਾਕਈ ਇਦਾਂ ਜਿਹੜੀ ਗੱਲਬਾਤ ਉਹ ਹੋ ਰਹੀ ਹੈ। ਤਾਂ ਉਹਨਾਂ ਨੇ ਨਾਲ ਹੀ ਨਾਲ ਇਹ ਵੀ ਗੱਲ ਕਹੀ ਹੈ, ਪਟੀਸ਼ਨ ਦੇ ਵਿੱਚ ਮੰਗ ਕੀਤੀ ਹੈ ਕਿ ਜਿਹੜਾ ਨਾਮਜ਼ਦਗੀ ਪੱਤਰ ਹੈ ਉਹਦੇ ਵਿੱਚ ਇਹ ਵਾਅਦਾ ਕਰੇ ਉਮੀਦਵਾਰ ਕਿ ਭਾਈ ਮੈਂ ਸਰਕਾਰੀ ਖਜ਼ਾਨੇ ਦੇ ਵਿੱਚੋਂ ਕਿਸੇ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਮੁਫਤਖੋਰੀ ਦੇਣ ਦੇ ਵਾਅਦੇ ਨਹੀਂ ਕੀਤੇ, ਜਿਹਦੇ ਕਰਕੇ ਮੇਰੀ ਯੋਗਤਾ ਨੂੰ ਮਨਜ਼ੂਰ ਕੀਤਾ ਜਾਵੇ। ਤੇ ਜੇਕਰ ਅਜਿਹਾ ਕੋਈ ਵਾਅਦਾ ਨਹੀਂ ਨਾਮਜ਼ਦਗੀ ਪੱਤਰ ਦੇ ਵਿੱਚ ਉਮੀਦਵਾਰ ਕਰਦਾ ਤਾਂ ਪਟੀਸ਼ਨ ਦੇ ਵਿੱਚ ਮੰਗ ਹੈ ਕਿ ਅਜਿਹੇ ਉਮੀਦਵਾਰ ਦੀ ਯੋਗਤਾ ਜਿਹੜੀ ਰੱਦ ਕੀਤੀ ਜਾਵੇ। ਤਾਂ ਗੱਲ ਤਾਂ ਇਹ ਸਹੀ ਹੈ। ਤੇ ਨਾਲ ਹੀ ਨਾਲ ਪਟੀਸ਼ਨ ਪਾਉਣ ਵਾਲੇ ਵਿਅਕਤੀ ਦੀ ਜੇਕਰ ਮੈਂ ਗੱਲ ਕਰਾਂ ਤਾਂ ਉਹਨੇ ਸਿਰਫ ਔਰ ਸਿਰਫ ਮੰਗ ਕੀਤੀ ਹੈ ਸਪਾ ਤੇ ਕਾਂਗਰਸ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦੀ ਯੋਗਤਾ ਰੱਦ ਕਰਨ ਦੇ ਯੂਪੀ ਦੇ ਵਿੱਚ, ਤੇ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ ਦੀ ਪੰਜਾਬ ਦੇ ਵਿੱਚ ਯੋਗਤਾ ਰੱਦ ਕਰਨ ਦੀ ਮੰਗ ਕੀਤੀ ਹੈ। ਪਰ ਅਜਿਹੀ ਮੰਗ ਤਾਂ ਇਹ ਠੀਕ ਹੈ ਕਿ ਵਾਅਦਾ ਖਿਲਾਫੀ ਤੇ ਮੁਫਤਖੋਰੀ ਤੇ ਜਿਹੜੀ ਨੱਥ ਪੈਣੀ ਚਾਹੀਦੀ ਹੈ, ਪਰ ਇਸ ਵਿਅਕਤੀ ਨੂੰ ਇਹ ਵੀ ਧਿਆਨ ਰੱਖਣ ਦੀ ਲੋੜ ਸੀ ਕਿ ਸਿਰਫ ਵਾਅਦਾ ਖਿਲਾਫੀ ਤੇ ਮੁਫਤਖੋਰੀ ਜਿਹੜੀ ਹੈ ਉਹ ਸਿਰਫ ਸਪਾ ਤੇ ਕਾਂਗਰਸ ਵਾਲਿਆਂ ਨੇ ਹੀ ਕੀਤੀ ਹੈ, ਕਿ ਸਿਰਫ ਔਰ ਸਿਰਫ ਆਮ ਆਦਮੀ ਪਾਰਟੀ ਵਾਲਿਆਂ ਨੇ ਹੀ ਕੀਤੀ ਹੈ। ਉਹਨੂੰ ਇਹ ਵੀ ਗੱਲ ਦਾ ਧਿਆਨ ਰੱਖਣਾ ਚਾਹੀਦਾ ਸੀ ਕਿ ਪਹਿਲੀ ਵਾਰੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਸ ਤਰੀਕੇ ਦੇ ਨਾਲ ਵਾਅਦਾ ਖਿਲਾਫੀ ਕਰਕੇ ਆਏ ਨੇ ਜਾਂ ਮੁਫਤਖੋਰੀ ਦੇ ਵਾਅਦੇ ਕਰਕੇ ਆਏ ਨੇ ਕਿ 15-15 ਲੱਖ ਰੁਪਈਏ ਜਿਹੜੇ ਹੈਗੇ ਆ ਤੁਹਾਨੂੰ ਹਰੇਕ ਅਕਾਊਂਟ ਦੇ ਵਿੱਚ ਪਾਏ ਜਾਣਗੇ, ਤਾਂ ਕਿ ਉਹ ਸਹੀ ਸੀ। ਯਾਨੀ ਕਿ ਜੇ ਇਹ ਪਟੀਸ਼ਨ ਪਾਉਣੀ ਸੀ ਤਾਂ ਸਾਰਿਆਂ ਦੇ ਖਿਲਾਫ ਪਾਉਣੀ ਚਾਹੀਦੀ ਸੀ, ਤਾਂ ਫਿਰ ਇਸ ਨੂੰ ਨਿਰਪੱਖ ਮੰਨਿਆ ਜਾ ਸਕਦਾ ਸੀ। ਹੁਣ ਜਿਸ ਤਰੀਕੇ ਦੇ ਨਾਲ ਸਿਰਫ ਕੁਝ ਪਾਰਟੀਆਂ ਨੂੰ ਹੀ ਨਿਸ਼ਾਨੇ ਤੇ ਲੈ ਕੇ ਇਹ ਪਟੀਸ਼ਨ ਜਿਹੜੀ ਪਾਈ ਗਈ ਹੈ, ਇਹ ਪਟੀਸ਼ਨ ਸ਼ੱਕ ਦੇ ਘੇਰੇ ਦੇ ਵਿੱਚ ਆਉਂਦੀ ਹੈ। ਫਿਲਹਾਲ ਜਿਹੜਾ ਅੱਜ ਇਸ ਤੇ ਜਿਹੜਾ ਕੋਈ ਫੈਸਲਾ ਆਊਗਾ, ਅੱਜ ਇਸ ਤੇ ਸੁਣਵਾਈ ਹੋਊਗੀ, ਕੀ ਕੁਝ ਕਹਿੰਦਾ ਸੁਪਰੀਮ ਕੋਰਟ ਇਸ ਤੇ ਜਿਹੜੀ ਨਜ਼ਰ ਹੋਊਗੀ। ਫਿਲਹਾਲ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਹੋ, ਤੁਹਾਡਾ
ਬਹੁਤ ਬਹੁਤ ਧੰਨਵਾਦ। ਦੁਬਾਰਾ ਫਿਰ ਮਿਲਾਂਗੇ।